ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਬੰਦਿਓ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਤੇ ਜੇਕਰ ਉਹ ਰੋਸ਼ਨੀ ਹੈ ਤੇ ਫਿਰ ਲਿਖਿਆ ਕਿ ਨੂਰ ਤਰੀਕੀ ਦੇ ਵਿੱਚ ਚਮਕਦਾ ਹੈ, ਪਰ ਤਰੀਕੀ ਨੇ ਉਸ ਨੂੰ ਕਬੂਲ ਨਾ ਕੀਤਾ ਤੇ ਜਿੰਨਿਆਂ ਉਸ ਨੂੰ ਕਬੂਲ ਕਰ ਲਿਆ ਉਸ ਨੇ ਉਹਨਾਂ ਨੂੰ ਫਿਰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਦਿਲਾਤਾ। ਮੁਕੱਦਸ ਪਤਰਸ ਜਿਸ ਵੇਲੇ ਦੂਸਰਾ ਖਤ ਲਿਖਦਾ ਹੈ, ਪਹਿਲਾ ਬਾਪ 19 ਚ ਕਹਿੰਦਾ ਹੈ, ਤੁਹਾਡੇ ਕੋਲ ਨਬੀਆਂ ਦੀ ਮਾਰਫਤ ਲਿਖਿਆ ਮੋਤਬਰ ਕਲਾਮ। ਨਬੀਆਂ ਦੀ ਮਾਰਫਤ ਲਿਖਿਆ ਮੋਤਬਰ ਕਲਾਮ ਹੈ। ਤੇ ਤੁਸੀਂ ਚੰਗਾ ਕਰਦੇ ਹੋ ਕਿ ਜਿਹੜਾ ਕਲਾਮ ਤੇ ਗੌਰ ਕਰਦੇ ਹੋ ਕਿ ਕਲਾਮ ਹੀ ਇੱਕ ਚਿਰਾਗ ਜਿਹੜਾ ਹਨੇਰੀ ਜਗ੍ਹਾ ਦੇ ਵਿੱਚ ਚਾਨਣ ਕਰ ਦੇਵੇਗਾ। ਤੇ ਜੇਕਰ ਕਲਾਮ ਚਿਰਾਗ ਹੈ ਤੇ ਆਓ ਫਿਰ ਸਾਨੂੰ ਚਾਹੀਦਾ ਰੋਸ਼ਨੀ ਦੇ ਵਿੱਚ ਆਉਣਾ। ਸਾਨੂੰ ਚਾਹੀਦਾ ਹੈ ਉਸ ਨੂੰ ਕਬੂਲ ਕਰਨਾ। ਸਾਨੂੰ ਉਹਦੀ ਨਜ਼ਦੀਕੀ ਮੰਗਣੀ ਚਾਹੀਦੀ ਹੈ। ਇੱਕ ਬੰਨੇ ਐਸੀਆਂ ਟੀਮਾਂ ਨੇ ਜਿਨ੍ਹਾਂ ਦੇ ਬਾਰੇ ਰੋਮੀਓ ਪਹਿਲਾ ਬਾਬ 25 ਐਤ ਦੱਸਦੀ ਹੈ, ਸੱਚ ਨੂੰ ਬਦਲਣ ਵਾਲੀਆਂ, ਸੱਚ ਨੂੰ ਤੇ ਸੱਚ ਨੂੰ ਬਦਲ ਕੇ ਝੂਠ ਬਣਾਉਣ ਵਾਲੀਆਂ। ਤੇ ਫਿਰ ਲੋਕ ਐਸੀਆਂ ਟੀਮਾਂ ਦੇ ਮਗਰ ਲੱਗਦੇ ਨੇ। ਖਾਲਕ ਮਗਰ ਨਹੀਂ ਲੱਗਦੇ, ਬਲਕਿ ਗਲਤ ਟੀਮਾਂ ਮਗਰ, ਗਲਤ ਗਰੋਹ ਡਿਨਾਮੀਨੇਸ਼ਨਾਂ ਟੋਲਿਆਂ ਮਗਰ, ਜਦ ਕਿ ਖੁਦਾ ਆਪਣੀ ਪਹਿਚਾਨ ਕਰਾਉਣਾ ਚਾਹੁੰਦਾ ਹੈ। ਲੇਕਿਨ ਜਦੋਂ ਅਸੀਂ ਆਪਣੀ ਉਹਦੀ ਪਹਿਚਾਨ ਨਹੀਂ ਕਰਦੇ, ਆਪਣੇ ਅੰਧੇਰ ਜ਼ਿੰਦਗੀ ਦੇ ਵਿੱਚ ਉਹਦਾ ਚਾਨਣ ਨਹੀਂ ਕਬੂਲ ਕਰਦੇ, ਤੇ ਰੋਮੀਓ ਪਹਿਲਾ ਬਾਬ 25-28 ਚ ਲਿਖਿਆ ਹੈ, ਜਿਸ ਤਰ੍ਹਾਂ ਫਿਰ ਇਹਨਾਂ ਨੇ ਖੁਦਾ ਨੂੰ ਪਛਾਨਣਾ ਨਾ ਪਸੰਦ ਕੀਤਾ। ਇਹਨਾਂ ਨੇ ਖੁਦਾ ਨੂੰ ਪਛਾਨਣਾ ਨਾ ਪਸੰਦ ਕੀਤਾ। ਇਸ ਤਰ੍ਹਾਂ ਫਿਰ ਖੁਦਾ ਨੇ ਵੀ ਇਹਨਾਂ ਨੂੰ ਨਾ ਪਸੰਦ ਫਿਰ ਅਕਲ ਦੇ ਹਵਾਲੇ ਕਰ ਦਿੱਤਾ। ਨਾ ਪਸੰਦ ਅਕਲ ਦੇ ਹਵਾਲੇ ਕਰ ਦਿੱਤਾ ਤਾਂ ਕਿ ਨਲਾਇਕ ਹਰਕਤਾਂ ਕਰਨ। ਖੁਦਾ ਦੀ ਕੁਦਰਤ ਨਾ ਰਹਿਣਾ ਚਾਹੁੰਦੀ ਹੈ, ਪਰ ਉਸ ਵੇਲੇ ਅਬਰਾਨੀਓ 2 ਬਾਬ ਉਹਦੀਆਂ ਪਹਿਲੀਆਂ 4 ਐਤਾਂ ਪੜ੍ਹ ਲਓ ਨਾ। ਅਬਰਾਨੀਓ 2 ਬਾਬ ਪਹਿਲੀ ਐਤ ਤੋਂ 4 ਐਤ ਤੱਕ ਪੜ੍ਹੋ ਤੇ ਉੱਥੇ ਲਿਖਿਆ ਮਿਲਦਾ, ਜਿਹੜੀਆਂ ਗੱਲਾਂ ਅਸੀਂ ਸੁਣਨੇ ਵਾਂ, ਗੱਲਾਂ ਅਸੀਂ ਸੁਣਨੇ ਆ, ਪਰ ਉਹਨਾਂ ਗੱਲਾਂ ਦੇ ਉੱਤੇ ਦਿਲ ਦੇ ਨਾਲ ਗੌਰ ਨਹੀਂ ਕਰਦੇ। ਕਿਉਂਕਿ ਇਫਸੀਓ ਪਹਿਲਾ ਬਾਬ 16 ਤੋਂ ਪੜ੍ਹੋ ਤੇ ਉਹ ਕਹਿੰਦਾ, ਮੈਂ ਖੁਦਾ ਦੇ ਉਸ ਫਜ਼ਲ ਦੇ ਬਾਇਸ ਕਹਿੰਦਾ ਮੈਂ ਸ਼ੁਕਰ ਕਰਨਾ ਹੈ ਤੇ ਤੁਹਾਡੇ ਲਈ ਦੁਆ ਕਰਨਾ ਹੈ। ਸ਼ੁਕਰ ਇਸ ਕਰਕੇ ਕਰਦਾ ਹੈ, ਦੁਆਵਾਂ 'ਚ ਯਾਦ ਕਰਦਾ, ਕਿਉਂਕਿ ਸਾਡੇ ਘਰਾਂ 'ਚ ਖੁਦਾਵੰਦ ਦਾ ਕਲਾਮ ਹੈ। ਤੇ ਫਿਰ ਐਸਾ ਕਲਾਮ ਹੈ, ਮੁਕਾਸ਼ਫਾ ਪਹਿਲਾ ਬਾਪ ਉਹਦੀ 3 ਚ ਲਿਖਿਆ, ਤੂੰ ਇਹਨੂੰ ਪੜ੍ਹੀ ਹੈ, ਇਸ ਨੂੰ ਸੁਣੀ ਤੇ ਜੋ ਕੁਝ ਇਹਦੇ ਵਿੱਚ ਲਿਖਿਆ ਹੈ ਉੱਤੇ ਅਮਲ ਕਰੀ, ਤੈਨੂੰ ਮੁਬਾਰਕ ਕਰ ਦੇਣੀ। ਕਹਿੰਦਾ ਸਾਡਾ ਖੁਦਾਵੰਦ ਤੁਹਾਨੂੰ ਹਿਕਮਤ ਤੇ ਮੁਕਾਸ਼ਫਾ ਦੀ ਰੂਹ ਬਖਸ਼ੇ, ਤੁਹਾਡੇ ਦਿਲ ਦੀਆਂ ਅੱਖਾਂ ਰੋਸ਼ਨ ਹੋ ਜਾਣ, ਤੁਹਾਨੂੰ ਮਾਲੂਮ ਹੋ ਜਾਏ ਕਿ ਜਿਹੜਾ ਬੁਲਾਉਂਦਾ ਪਿਆ ਕਿ ਮੇਰੇ ਵੱਲ ਆ ਜਾਓ, ਮੇਰੇ ਵੱਲ ਆ ਜਾਓ,
ਜਿਹਦੀ ਅਸੀਂ ਪਹਿਚਾਣ ਨਹੀਂ ਕਰਦੇ ਤੇ ਨਲਾਇਕ ਹਰਕਤਾਂ ਕਰਨੇ ਆ, ਉਹ ਮਿਰਾਸ ਦੀ ਜਲਾਲ ਦੀ ਦੌਲਤ ਮੁਕੱਦਸਾਂ ਦੇ ਨਾਲ ਸਾਨੂੰ ਦੇਣਾ ਚਾਹੁੰਦਾ ਹੈ। ਇਸੇ ਕਰਕੇ ਇਬਰਾਨੀਆਂ 2 ਬਾਬ ਉਹਦੀਆਂ ਪਹਿਲੀਆਂ 4 ਆਇਤਾਂ ਨੂੰ ਪੜ੍ਹੀਏ ਤੇ ਲਿਖਿਆ ਹੈ, ਜਿਹੜੀਆਂ ਗੱਲਾਂ ਅਸੀਂ ਸੁਣਨੇ ਉਹਨਾਂ ਤੇ ਦਿਲ ਲਾ ਕੇ ਗੌਰ ਕਰੀਏ, ਕਿਉਂਕਿ ਦਿਲ ਦੀਆਂ ਅੱਖਾਂ ਹੈ। ਦਿਲ ਦੇ ਨਾਲ ਗੌਰ ਕਰੀਏ, ਕਿਉਂਕਿ ਰਸੂਲ ਜਿਹੜੀ ਗੱਲ ਕਰਦਾ ਹੈ, ਦੂਸਰਾ ਕਰੰਥੀਓ 2 ਬਾਬ 17 ਚ ਕਹਿੰਦਾ ਸਾਡਾ ਸ਼ੁਮਾਰ ਉਹਨਾਂ ਬੰਦਿਆਂ ਦੇ ਵਿੱਚੋਂ ਨਹੀਂ ਜਿਹੜੇ ਬੰਦੇ ਖੁਦਾ ਦੇ ਕਲਾਮ 'ਚ ਮੇਜਿਸ਼ ਕਰਦੇ ਨੇ। ਕਹਿੰਦਾ ਅਸੀਂ ਦਿਲ ਦੀ ਸਫਾਈ ਨਾਲ ਖੁਦਾ ਦੀ ਤਰਫੋਂ ਖੁਦਾ ਨੂੰ ਹਾਜ਼ਰ ਜਾਣ ਕੇ ਤੇ ਮਸੀਹ 'ਚ ਬੋਲ। ਕਦੀ ਬੱਚਿਆਂ ਨੂੰ ਬਪਤਿਸਮਾ ਦੇਣ ਵਾਲੇ ਤਰ੍ਹਾਂ ਆਪਣੇ ਦਿਲ ਨੂੰ ਤੇ ਪੁੱਛ ਲੈਣ ਕਿ ਦਿਲ ਸਫਾਈ ਦਿੰਦਾ ਹੈ। ਕਹਿੰਦਾ ਤੂੰ ਠੀਕ ਕਰ ਰਿਹਾ, ਲੇਕਿਨ ਅਫਸੋਸ ਕਿ ਇਬਰਾਨੀਓ ਦਾ ਮੁਸੰਨਫ ਪੌਲੁਸ ਰਸੂਲ 2 ਬਾਬ ਉਹਦੀਆਂ ਪਹਿਲੀਆਂ 4 ਆਇਤਾਂ ਦੇ ਵਿੱਚ ਦੱਸਦਾ ਹੈ ਕਿ ਜਿਹੜੀਆਂ ਗੱਲਾਂ ਸੁਣਨਾ ਹੈ ਕਿਤੇ ਇਹਨਾਂ ਤੇ ਦਿਲ ਲਾ ਕੇ ਗੌਰ ਕਰ, ਤੂੰ ਤੇ ਬਹਿ ਕੇ ਦੂਰ ਨਿਕਲ ਜਾਣਾ ਹੈ। ਜਿਹੜਾ ਕਲਾਮ ਫਰਿਸ਼ਤਿਆਂ ਦੀ ਮਾਰਫਤ ਹੋਇਆ ਸੀ ਉਹ ਕਾਇਮ ਰਿਹਾ ਤੇ ਹਰ ਨਾਫਰਮਾਨ ਨੂੰ ਉਸ ਦੀ ਨਾਫਰਮਾਨੀ ਦਾ ਬਦਲਾ ਮਿਲਿਆ। ਤੇ 3 ਚ ਲਿਖਿਆ ਤੂੰ ਏਡੀ ਵੱਡੀ ਨਜਾਤ ਤੋਂ ਗਾਫਰ ਰਹਿ ਕੇ। ਅਫਸੋਸ ਕਲਾਮ ਸਾਡੇ ਘਰਾਂ 'ਚ ਕਲਾਮ ਦੀ ਗੱਲ ਨਹੀਂ ਮੰਨਦੇ। ਯਸਾਇਆ 48 ਬਾਬ 4 ਆਇਤ ਕਹਿੰਦੀ ਹੈ ਤੂੰ ਜ਼ਿੱਦੀ ਹੈ, ਤੇਰੀ ਗਰਦਨ ਦਾ ਪੱਠਾ ਲੋਹੇ ਦਾ ਹੈ, ਤੇਰੀ ਪਰੇਸ਼ਾਨੀ ਪਿੱਤਲ ਦੀ। ਜ਼ਿੱਦੀਪਨ ਅਸੀਂ ਆਪਣੇ ਆਪ ਚੋਂ ਨਹੀਂ ਕੱਢਦੇ ਤੇ ਇਹੋ ਜਿਹੀਆਂ ਨਲਾਇਕ ਹਰਕਤਾਂ ਕਰਦੇ ਕਿ ਕੋਈ ਜਾਨਵਰ ਨਹੀਂ ਆਪਣੇ ਬੱਚਿਆਂ ਨੂੰ ਮੁਜਰਮ ਬਣਾਉਂਦਾ। ਅਸੀਂ ਆਪਣੇ ਬੱਚਿਆਂ ਨੂੰ ਹੱਥੀਂ ਲੋਕਾਂ ਦੇ ਮਗਰ ਲਾ ਕੇ ਕਲਾਮ ਨੂੰ ਰੱਦ ਕਰਕੇ, ਕਿਉਂਕਿ ਇਬਰਾਨੀਓ 2 ਬਾਬ ਉਹਦੀ 3 ਆਇਤ 'ਚ ਲਿਖਿਆ ਤੂੰ ਏਡੀ ਵੱਡੀ ਨਜਾਤ ਤੋਂ ਗਾਫਰ ਰਹਿ ਕੇ ਕਿੱਦਾਂ ਬਚੇਗਾ। ਉਹ ਜਿਸ ਦਾ ਬਿਆਨ ਪਹਿਲੇ ਖੁਦਾਵੰਦ ਦੇ ਵਸੀਲੇ ਹੈ, ਗੱਲ ਤੇ ਖੁਦਾਵੰਦ ਦੇ ਵਸੀਲੇ ਹੋਈ ਹੈ ਕਿ ਤੂੰ ਈਮਾਨ ਲਿਆ ਤੇ ਫੇਰ ਬਪਤਿਸਮਾ ਲਿਆ, ਤੂੰ ਨਜਾਤ ਪਾਵੇਂਗਾ। ਤੇ ਜਦੋਂ ਤੂੰ ਇਸ ਤਰ੍ਹਾਂ ਕਰੇਗਾ ਤੇ ਮੈਂ ਤੇਰੇ ਦਰਮਿਆਨੋਂ ਕਹਿੰਦਾ ਮੌਜੇ ਕਰਾਂਗਾ, ਤੇਰੀ ਇੱਜ਼ਤ ਵਧਾਵਾਂਗਾ, ਤੇਰੇ ਵਿੱਚ ਮੇਰੀ ਕੁਦਰਤ ਨਜ਼ਰ ਆਵੇਗੀ। ਕਿਉਂਕਿ ਲਿਖਿਆ ਤੂੰ ਏਡੀ ਵੱਡੀ ਨਜਾਤ ਤੋਂ ਗਾਫਰ ਰਹਿ ਕੇ ਕਿਵੇਂ ਬਚੇਗਾ, ਜਿਸ ਦਾ ਬਿਆਨ ਪਹਿਲੇ ਖੁਦਾਵੰਦ ਦੇ ਵਸੀਲੇ ਹੋਇਆ ਤੇ ਸੁਣਨ ਵਾਲਿਆਂ ਦੇ ਕੋਲੋਂ ਸਬੂਤਾਂ ਦੇ ਨਾਲ। ਤੇ ਉਹ ਸਬੂਤ ਕੀ ਸੀ ਬਈ? रसूल कहते साथ ही खुदा भी उनके साथ रह के मोज़ से करता है। खुदा ते नाल रहना चाहता, खुदा ते लिखिया है ईमान ले आने वाले दरमियान मोज़ से करेगा। साडे दरमियान बुढ़े हो जाने हैं, मोज़ से क्यों नहीं होंगे? क्योंकि असी जिद्दी, असी कलाम नूं रद्द करने वाले। इत्थों तक जिद्दी कि दानियल 11 बाब 32 ऐत दसदी है कि लोग ऐदे मुकद्दस के खिलाफ शरारतां करनगे, शरारतां। ते इबलीस उन्हां नूं खुश करेगा ते बरगश्ता करेगा, पर अपने खुदा नूं जिहड़े पहचान लैणगे, कलाम खुदा है, अपने खुदा नूं जिहड़े पहचान लैणगे वो कुछ कर दिखाउणगे। की कर दिखाउणगे? लिखिया है वो फिर बहुतियां नूं जिहड़े अहले दानिश होणगे वो तालीम देणगे, अकलमंद जिहड़े होणगे वो गल्लां करनगे, वो झूठियां नूं झूठा कहणगे। क्योंकि खुदा ने अपने बेटे की मार्फत उन्हां 11 नूं, जदों 11 रह गए सी, मरकस 16 बाब 14 है तो देख सकते, उन्हां 11 नूं जदों खाना खाण बैठे सी कि उन्हां दे विच गया, मलामत कीती ते आख्या कि उठो सारी खलक दे सामने अंजील दी मनाती करियो। सो अहले दानिश्वर बनिए, अंजील दी गल्लां करिए, मनादी करिए, आप बचिए, अपनियां नस्लां नूं इन्हां झूठे अंबोआं गुरुआं डिनामिनेशनां टोलियां तो बचा लीए जिहड़े खुदा दे कलाम च शरारतां करदे ने। ते अज असर इन्हां तकवीयत पाइए, क्योंकि खुदा भी अपने लोगों ते आस रखदा कि मेरे लोग तकवीयत पाउणगे,
ਕੁਝ ਕਰ ਦਿਖਾਉਣਗੇ। ਔਰ 33 ਹੈ ਦਾਨੀਏਲ 11 ਬਾਬ 33 ਹੈ ਦੇ ਵਿੱਚ ਲਿਖਿਆ ਉਹ ਕੀ ਕਰ ਦਿਖਾਉਣਗੇ। ਉਹ ਬਹੁਤੇ ਤਾਲੀਮ ਦੇਣਗੇ। ਉਹ ਕਾਲ, ਵਬਾ, ਤਲਵਾਰ, ਇਹ ਚੀਜ਼ਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਏਗਾ। ਲੁਕਮਾ ਹੋਣਗੇ। ਬੜੇ ਸਾਰੇ ਲੋਕ ਸੱਚਾਈ ਨੂੰ ਸੁਣਾਉਂਦੇ ਮਾਰੇ ਗਏ। ਔਰ ਬਾਈਬਲ 'ਚ ਜ਼ਿਕਰ ਮਿਲਦਾ ਹੈ ਉਹਨਾਂ ਨੂੰ ਸਫੇਦ ਜਾਮਾ ਦਿੱਤਾ ਗਿਆ ਕਿਉਂਕਿ ਉਹ ਗਵਾਹੀ ਦੇ ਸਬਬੋਂ ਮਾਰੇ ਗਏ ਸੀ। ਉਹਨਾਂ ਆਖਿਆ ਸਾਡੇ ਖੂਨ ਦਾ ਬਦਲਾ ਨਹੀਂ ਲੈਂਦਾ। ਉਹਨੇ ਆਖਿਆ ਹੋਰ ਥੋੜੀ ਦੇਰ ਮੁੱਦਤ ਤੁਸੀਂ ਆਰਾਮ ਕਰੋ, ਜਦੋਂ ਤੱਕ ਤੁਹਾਡੇ ਭਾਈਆਂ ਦਾ ਸ਼ੁਮਾਰ ਪੂਰਾ ਨਹੀਂ ਹੋ ਲੈਂਦਾ ਜਿਹੜੇ ਤੁਹਾਡੀ ਤਰ੍ਹਾਂ ਕਤਲ ਹੋਣ ਵਾਲੇ ਨੇ। ਇਸੇ ਕਰਕੇ ਖੁਦਾਵੰਦ ਯਿਸੂ ਮਸੀਹ ਨੇ ਮਤੀ 10 ਬਾਬ 27 ਤੋਂ 28 ਚ ਆਖਿਆ ਸੀ, ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗਦਾ ਤੂੰ ਉਜਾਲੇ 'ਚ ਕਰ, ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਤੇ ਉਸ ਤੋਂ ਨਾ ਡਰ ਜਿਹੜਾ ਬਦਨ ਨੂੰ ਕਤਲ ਕਰਦੇ ਨੇ, ਬਲਕਿ ਉਸ ਤੋਂ ਡਰ ਜਿਹੜਾ ਰੂਹ ਤੇ ਬਦਨ ਦੋਨਾਂ ਨੂੰ ਜਹੰਨਮ 'ਚ ਸਿੱਟ ਦੇਵੇਗਾ। ਔਰ ਰੱਬ ਤੋਂ ਡਰੀਏ, ਇਹਨਾਂ ਝੂਠੇ ਤੇ ਫਰੀਬੀ ਤੇ ਸ਼ਿਕਾਰੀ ਲੋਕਾਂ ਤੋਂ ਨਾ ਡਰੀਏ, ਹੱਕ ਦੀ ਗੱਲ ਕਹਿ ਦਈਏ, ਚੰਗੇ ਰਹਿ ਜਾਵਾਂਗੇ। ਸੋ ਖੁਦਾ ਬਰਕਤ ਦੇ ਵੀ ਕਲਾਮ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਬੈਲ ਦਾ ਬਟਨ ਦਬਾਉਣਾ, ਤਾਂ ਕਿ बर वक्त खुदा ਦਾ ਕਲਾਮ ਤੁਹਾਡੇ ਕੋਲ ਪਹੁੰਚਦਾ ਰਹੇ।